ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। आओ फिर जॉल साहब का स्वागत करते हैं। जॉल साहब वेरी वेरी गुड मॉर्निंग, सत श्री अकाल। जी सत श्री अकाल अर्श, अपने सारे श्रोतिਆਂ ਦਰਸ਼ਕਾਂ ਨੂੰ ਵੀ ਜੀ ਮਿਹਰਬਾਨੀ। ਜੌਲ ਸਾਹਿਬ ਗੱਲਬਾਤ ਕਰੀ, ਕੱਲ ਅਸੀਂ ਗੱਲਬਾਤ ਕੀਤੀ ਸੀ ਮਾਸਕਸ ਜੋ USA ਦੇ ਵਿੱਚ ਹੁਣ ਜੋ ਮੈਂਡੇਟਸ ਨੇ ਉਹ ਹੁਣ ਕੱਢ ਦਿੱਤੇ ਗਏ ਨੇ, ਭਾਵ ਉਹਨਾਂ ਨੂੰ ਹੁਣ ਜ਼ਰੂਰਤ ਨਹੀਂ ਆ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਜਾਂ ਕਹੋ ਪਲੇਨਸ ਦੇ ਉੱਤੇ ਜਾਂ ਬੱਸਿਸ ਦੇ ਵਿੱਚ। ਬਟ ਕੋਵਿਡ ਕੇਸਿਸ ਇੰਡੀਆ ਦੇ ਵਿੱਚ ਸਪੈਸ਼ਲੀ ਦਿੱਲੀ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਵੱਧ ਰਹੇ ਨੇ ਜੀ, ਤੇ ਮਾਸਕਸ ਉੱਥੇ ਪਾਉਣਾ ਬਹੁਤ ਹੀ ਜ਼ਰੂਰੀ ਹੈ। ਜੇ ਨਾ ਪਾਇਆ ਤਾਂ 500 ਰੁਪਏ ਦੇ ਫਾਈਨ ਦਿੱਤੇ ਜਾਣਗੇ। ਬਿਲਕੁਲ ਅਰਸ਼, ਕੱਲ US ਬਾਰੇ ਆਪਾਂ ਦੱਸਿਆ ਸੀਗਾ ਵੀ ਲੋਕ ਕਿਤੇ ਕਨਫਿਊਜ਼ ਨਾ ਹੋ ਜਾਣ ਵੀ ਕੈਨੇਡਾ ਦੇ ਵਿੱਚ ਨਹੀਂ ਪਬਲਿਕ ਪਲੇਸਿਸ ਦੇ ਵਿੱਚੋਂ ਜਾਂ ਪਲੇਨ ਦੇ ਵਿੱਚ ਜਦੋਂ ਸਫ਼ਰ ਕਰਨਾ ਵੀ ਮਾਸਕ ਦਾ ਜਿਹੜਾ ਮੈਂਡੇਟ ਉਹ ਸ਼ਰਤ ਆ ਖਤਮ ਨਹੀਂ ਕੀਤੀ ਗਈ ਸਰਕਾਰ ਦੇ ਵੱਲੋਂ। ਇਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਵੀ ਕੱਲ ਇੱਦਾਂ ਹੀ ਆਪਣਾ ਸਟੇਟਮੈਂਟ ਜਿਹੜੀ ਆ ਦਿੱਤੀ ਸੀਗੀ, ਤੇ ਟਰਾਂਸਪੋਰਟੇਸ਼ਨ ਮਿਨਿਸਟਰ ਓਮਾਰ ਅਲ ਗਬਰਾ ਨੇ ਵੀ ਕਲੀਅਰ ਕੀਤਾ ਸੀਗਾ ਵੀ US ਨੇ ਠੀਕ ਹੈ ਹਟਾਤਾ ਹੋਊਗਾ ਪਰ ਸਾਡੇ ਕੈਨੇਡਾ ਦੇ ਵਿੱਚ ਅਜੇ ਰਹੂ। ਇਹ ਗੱਲ ਸਮਝ ਵਿੱਚ ਵੀ ਆਉਂਦੀ ਆ ਕਿਉਂਕਿ ਜੇ ਆਪਾਂ ਦੇਖੀਏ ਵੀ ਕੋਵਿਡ ਦੇ ਜਿਹੜੇ ਨਵੇਂ ਕੇਸਿਸ ਆ ਉਹ ਡੇਲੀ ਬੇਸਿਸ ਤੇ ਵੱਧ ਵੀ ਰਹੇ ਆ। ਸਾਡੇ ਇੱਥੇ ਓਨਟਾਰੀਓ ਦੇ ਵਿੱਚ ਜਾਣੀ ਕਰਦਿਆਂ ਕਰਾਉਂਦਿਆਂ ਜਿਹੜੇ ਐਕਟਿਵ ਕੇਸਿਸ ਆ ਹਜੇ ਵੀ ਇਹ 1300 ਤੋਂ ਉੱਤੇ ਜਾਣੀ ਕਿ ਮਰੀਜ਼ ਜਿਹੜੇ ਕੋਵਿਡ ਦੇ ਹੈਗੇ ਆ ਸਾਡੀ ਪ੍ਰੋਵਿੰਸ ਦੇ ਵਿੱਚ, ਤੇ ਉਹਨਾਂ ਦੇ ਵਿੱਚੋਂ 200 ਤੋਂ ਜ਼ਿਆਦਾ ਤੇ ਜਿਹੜੇ ਆ ਉਹਨਾਂ ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਚੱਲ ਰਿਹਾ। ਤੇ ਜੇ ਬਰੈਂਪਟਨ ਦੇ ਆਲੇ ਦੁਆਲੇ ਜਾਣੀ ਨਜ਼ਰ ਮਾਰੀ ਜਾਵੇ ਤੇ ਅੱਜ ਵੀ ਜਾਣੀ 500 ਦੇ ਕਰੀਬ ਜਿਹੜੇ ਆ ਨਾ ਕੋਵਿਡ ਦੇ ਮਰੀਜ਼ ਜੀ ਜਾਣੀ ਕਿ ਜਿਹਨਾਂ ਦੀ ਟੈਸਟਿੰਗ ਹੋਈ, ਜਿਹਨਾਂ ਬਾਰੇ ਪਤਾ ਲੱਗਾ ਵੀ ਇਹ ਪੋਜ਼ਿਟਿਵ ਆ, ਉਹ ਆ ਵੀ ਉੱਦਾਂ ਜਾਣੀ ਪੋਜ਼ਿਟਿਵ ਕਿੰਨੇ ਕੁ ਲੋਕ ਤੁਰੇ ਫਿਰਦੇ ਉਹ ਤੇ ਕਿਸੇ ਨੂੰ ਨਹੀਂ ਨਾ ਪਤਾ ਜੀ। ਸੋ 480 ਦੇ ਕਰੀਬ ਤਾਂ ਬਰੈਂਪਟਨ ਦੇ ਵਿੱਚ ਹੈਗੇ ਅਜੇ ਵੀ ਅਫੀਸ਼ੀਅਲੀ ਜਿਹੜੇ ਕੋਵਿਡ ਦੇ ਮਰੀਜ਼ ਅੱਜ ਦੀ ਤਰੀਕ ਵਿੱਚ ਵੀ, ਤੇ ਮਿਸਿਸਾਗਾ ਦੇ ਵਿੱਚ 550 ਦੇ ਕਰੀਬ ਜਿਹੜੇ ਜੀ ਵੀ ਕੋਵਿਡ ਪੇਸ਼ੈਂਟ ਅਜੇ ਵੀ ਮੌਜੂਦ ਆ। ਕੈਲੀਡਨ ਪਿੰਡ ਭਾਵੇਂ ਛੋਟਾ ਸੋ ਉਸ ਲਿਹਾਜ਼ ਨਾਲ ਉੱਥੇ 53 ਕੇਸ ਆ ਜਿਹੜੇ ਜੀ ਵੀ ਅਫੀਸ਼ੀਅਲੀ ਹੈਗੇ ਆ ਅੱਜ ਵੀ, ਤੇ 566 ਜਿਹੜੇ ਲੋਕ ਆ ਨਾ ਅਰਸ਼ ਵੀ ਉਹਨਾਂ ਦੀ ਦੇਖੋ ਕੋਵਿਡ ਕਰਕੇ ਹੁਣ ਤੱਕ ਬਰੈਂਪਟਨ 'ਚ ਡੈਥ ਵੀ ਜਿਹੜੀ ਆ ਹੋ ਚੁੱਕੀ ਆ ਪਿਛਲਾ ਪੈਂਡੈਮਿਕ ਦਾ ਜਿੰਨਾ ਵੀ ਸਮਾਂ ਸੀਗਾ ਜੀ। ਇੱਦਾਂ ਹੀ ਆ ਜੀ। ਫਿਰ ਦਿੱਲੀ ਜਾਂ ਕਹਿ ਲਓ ਵੀ ਉੱਥੋਂ ਚਾਈਨਾ ਤੋਂ ਆਸ-ਪਾਸ ਤੋਂ ਕਾਫੀ ਖਬਰਾਂ ਆ ਰਹੀਆਂ ਸੀਗੀਆਂ ਪਿਛਲੇ ਹਫ਼ਤਿਆਂ ਤੋਂ ਹੀ ਵੀ ਕੁਝ ਜਿਹੜੇ ਏਰੀਆਜ਼ ਆ ਰੀਜਨਸ ਆ ਉਹਨਾਂ ਨੂੰ ਲੋਕਡਾਊਨ ਕਰਨੇ ਪੈ ਰਹੇ ਆ, ਤੇ ਵੀ ਚਾਈਨਾ ਤੇ ਇੰਡੀਆ ਹੁਣ ਨਾਲ ਬਾਰਡਰ ਲੱਗਦੇ ਆ, ਤੇ ਇੱਧਰੋਂ ਉੱਧਰ ਫਿਰ ਕੇਸ ਜਿਹੜੇ ਇੰਡੀਆ ਦੇ ਵਿੱਚ ਵਧਣ ਦਾ ਸ਼ੰਕਾ ਪ੍ਰਗਟ ਕੀਤਾ ਜਾ ਹੀ ਰਿਹਾ ਸੀ। ਉਹ ਫਿਰ ਹੁਣ ਦਿੱਲੀ ਦੇ ਵਿੱਚ ਜਾਣੀ ਜੋ ਸਥਿਤੀ ਬਣੀ ਹੈ ਉਹਦੇ ਲਿਹਾਜ਼ ਨਾਲ ਉਹਨਾਂ ਨੇ ਮਾਸਕ ਦਾ ਜਿਹੜਾ ਵੀ ਮੈਂਡੇਟ ਆ ਅੱਜ ਫੇਰ ਦੁਬਾਰਾ ਰੀਇੰਪੋਜ਼ ਕੀਤਾ, ਕਹਿ ਲਓ ਵੀ ਲਾਗੂ ਕੀਤਾ। ਉਸ ਲਿਹਾਜ਼ ਨਾਲ ਇਹ ਆ ਜੀ ਫਿਰ ਹੁਣ ਲੋਕ ਤਾਂ ਤੁਹਾਨੂੰ ਪਤਾ ਵੀ ਉੱਥੇ ਕਿੰਨੀ ਕੇਅਰ ਕਰਦੇ ਅੱਗੇ ਆਪਾਂ ਨੂੰ ਸਾਰਾ ਪਤਾ ਹੀ ਆ, ਆਪਾਂ ਉੱਥੋਂ ਹੀ ਆਏ ਆ। ਤੇ ਪਰ ਦੂਸਰੇ ਪਾਸੇ ਇਹ ਅੱਜ ਵੀ ਜਾਣੀ ਪੁਲਿਸ ਜਾਣੀ ਇਹ 500 ਰੁਪਏ ਦਾ ਜਿੱਦਾਂ ਤੁਸੀਂ ਕਿਹਾ ਵੀ ਫਾਈਨ ਦੇ ਸਕਦੇ ਆ ਜੇ ਇਸ ਤਰੀਕੇ ਦੇ ਨਾਲ ਗਵਰਨਮੈਂਟ ਵੱਲੋਂ ਇਹ ਦੁਬਾਰਾ ਰੀਇੰਪੋਜ਼ ਕੀਤੀ ਗਈ ਆ ਕੰਡੀਸ਼ਨ ਮਾਸਕ ਪਾਉਣ ਦੀ। ਤੇ ਦੂਸਰੇ ਪਾਸੇ ਜਿੱਦਾਂ ਦੀਆਂ ਉੱਥੇ ਹਵਾਵਾਂ ਆ, ਲੋਕ ਆਪਾਂ ਆਮ ਤੌਰ ਤੇ ਦੇਖਦੇ ਹਾਂ ਵੀ ਮੂੰਹ ਸਿਰ ਢੱਕ ਕੇ ਹੀ ਮੋਟਰਸਾਈਕਲ ਸਕੂਟਰਾਂ ਦੇ ਉੱਤੇ ਇੱਧਰ ਉੱਧਰ ਆਉਣ ਜਾਣ ਦਾ ਉਹਨਾਂ ਦਾ ਕਲਚਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪ੍ਰਦੂਸ਼ਣ ਕਰਕੇ ਵੀ। ਤੇ ਵੀ ਇਹ ਮਾਸਕ ਇੱਕ ਐਡੀਸ਼ਨਲ ਜਾਣੀ ਲੇਅਰ ਆ, ਹੈਲਪ ਹੀ ਕਰਦਾ ਵੀ ਜੇ ਕੋਵਿਡ ਨਾ ਵੀ ਹੋਵੇ ਤੇ ਅਦਰਵਾਈਜ਼ ਵੀ ਜਾਣੀ ਜਿੱਦਾਂ ਦੀ ਉੱਥੇ ਹਵਾ ਆ ਵੀ ਮਾਸਕ ਪਾਉਣਾ ਕੋਈ ਏਡੀ ਉਹਦੇ ਵਿੱਚ ਨੁਕਸਾਨ ਤਾਂ ਹੁੰਦਾ ਨਹੀਂ ਆ ਕੋਈ, ਜੇ ਦੇਖਿਆ ਜਾਵੇ ਤੇ ਲਾਭ ਉਹਦਾ ਵੱਧ ਹੋ ਸਕਦਾ। ਸੋ ਉਸ ਕਰਕੇ ਲੋਕਾਂ ਨੂੰ ਅਦਰਵਾਈਜ਼ ਵੀ ਬਾਹਰ ਜਦੋਂ ਜਾਂਦੇ ਆ ਵੈਸੇ ਮੂੰਹ ਢੱਕਣ ਦਾ ਹੀ ਇਹ ਗਰਮੀ ਦੇ ਵਿੱਚ ਵੀ ਰਿਵਾਜ ਜਿਹੜਾ ਆਮ ਆ, ਪਰ ਹੁਣ ਇਹ ਮੈਂਡੇਟ ਜਿਹੜਾ ਵੀ ਲਾਜ਼ਮੀ ਕਰ ਦਿੱਤਾ ਗਿਆ ਵੀ ਮਾਸਕ ਜਿਹੜਾ ਜਿਨ੍ਹਾਂ ਨੇ ਨਹੀਂ ਵੀ ਪਾਉਣਾ ਪਬਲਿਕ ਪਲੇਸਿਸ ਉੱਤੇ ਖਾਸ ਤੌਰ ਤੇ ਜਿਹੜਾ 500 ਰੁਪਏ ਫਾਈਨ ਹੋ ਸਕਦਾ। 2 ਕੈਨੇਡੀਅਨ ਸਿੱਖ ਮੁੰਡੇ ਪਰਵਕਾਰ ਸਿੰਘ ਦੁਲੇ ਅਤੇ ਭਗਤ ਸਿੰਘ ਬਰਾੜ ਲੀਗਲ ਫਾਈਟ ਬੈਟਲ ਕਰ ਰਹੇ ਨੇ ਕਾਫੀ ਟਾਈਮ ਤੋਂ, ਕਿਉਂਕਿ ਉਹਨਾਂ ਦਾ ਨਾਮ ਇਸ ਵੇਲੇ ਨੋ ਫਲਾਈ ਲਿਸਟ ਦੇ ਵਿੱਚ ਆ ਕੈਨੇਡਾ ਦੇ ਵਿੱਚੋਂ, ਕਿਉਂਕਿ ਉਹ ਕਿਸੇ ਦੁਨੀਆ ਦੇ ਵਿੱਚ ਨਹੀਂ ਜਾ ਸਕਦੇ ਜਾਂ ਫਲਾਈ ਨਹੀਂ ਕਰ ਸਕਦੇ, ਸਪੈਸ਼ਲੀ ਇਹ ਆ। ਸੋ ਇਹਦਾ ਕੀ ਚਰਚਾ ਖਬਰ ਹੈ ਜੌਲ ਸਾਹਿਬ? ਇਹ ਦੇਖੋ 2018 ਦੇ ਵਿੱਚ ਕਾਫੀ ਚਰਚਾ ਹੋਈ ਸੀ ਕਿਉਂਕਿ ਭਗਤ ਸਿੰਘ ਬਰਾੜ ਇੱਥੇ ਕਾਫੀ ਐਕਟਿਵ ਨੇ ਓਨਟਾਰੀਓ ਗੁਰਦੁਆਰਾ ਕਮੇਟੀ ਦੇ ਵਿੱਚ, ਇੱਧਰ ਟੋਰਾਂਟੋ ਬਰੈਂਪਟਨ ਦੇ ਵਿੱਚ ਕਾਫੀ ਐਕਟਿਵ ਰਹਿੰਦੇ ਆ ਜੀ। ਤੇ ਪਰਵਕਾਰ ਸਿੰਘ ਤਾਂ ਉੱਧਰ ਸਰੀ ਦੇ ਵੈਸੇ ਵਾਸੀ ਹੈ, ਕੈਨੇਡੀਅਨ ਬੋਰਨ ਹੈ, ਇੱਥੋਂ ਦੇ ਜੰਮਪਲ ਹੈ 44 ਸਾਲ ਦੇ। ਤੇ ਪਰ ਇਹ ਜੋ
ਭਗਤ ਸਿੰਘ ਬਰਾੜ ਆ, ਜਾਣੀ ਕਿ ਇਹ ਪਿੰਡ ਰੋਡੇ ਤੋਂ ਆ, ਮੋਗਾ ਦੇ ਨੇੜੇ। ਲਖਬੀਰ ਸਿੰਘ ਬਰਾੜ, ਜਥੇਦਾਰ ਜਸਬੀਰ ਸਿੰਘ ਰੋਡੇ, ਕਾਫੀ ਨਾਮਵਰ ਪਰਿਵਾਰ, ਉਹਨਾਂ ਦੇ ਵਿੱਚੋਂ ਆ ਮਤਲਬ। ਤੇ ਵੀ ਇਹਨਾਂ ਤੇ ਕੁਝ ਤਰ੍ਹਾਂ ਦੇ ਜਿਹੜੇ ਦੋਸ਼ ਆ ਨਾ, ਤੇ ਵੀ ਇੱਥੋਂ ਦੀਆਂ ਕੈਨੇਡਾ ਦੀਆਂ ਖੂਫੀਆ ਏਜੰਸੀਜ਼ ਨੇ ਲਗਾਏ। ਉਹਦੇ ਵਿੱਚ ਫਿਰ ਇਹਨਾਂ ਦਾ ਜਿਹੜਾ ਕੰਡੀਸ਼ਨ ਇਹ ਆਈ ਵੀ ਇਹਨਾਂ ਨੂੰ ਮਨਾ ਕਰ ਦਿੱਤਾ ਗਿਆ ਵੀ ਇਹ ਜਹਾਜ਼ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ, ਵੀ ਸਿਕਿਉਰਿਟੀ ਰਿਸਕ ਆ। ਹੁਣ ਉਦੋਂ ਦਾ ਜਾਣੀ ਇਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਇਆ ਵੀ ਇਹ ਜਿਹੜੀ ਮਨਾਹੀ ਆ ਉਹਨਾਂ ਤੇ ਜਿਹੜੀ ਇਹ ਲਗਾਇਆ ਗਿਆ ਬੈਨ ਵੀ ਇਹ ਨਿਰ ਆਧਾਰ ਆ, ਵੀ ਉਹਨਾਂ ਦਾ ਤੇ ਅੱਤਵਾਦ ਨਾਲ ਕੋਈ ਸੰਬੰਧ ਨਹੀਂ, ਨਾ ਉਹ ਅੱਤਵਾਦੀਆਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਸਹਿਯੋਗ ਕਰਦੇ ਹੈ, ਤੇ ਵੀ ਨਾ ਕੋਈ ਸਰਗਰਮੀਆਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਹੁਣ ਫੈਡਰਲ ਕੋਰਟ ਤੱਕ ਜਾਣੀ ਗੱਲ ਪਹੁੰਚੀ ਹੋਈ ਆ। ਇਹਨਾਂ ਦੀ ਜਿਹੜੀ ਅਪੀਲ ਹੈ ਜਾਣੀ ਹੇਠਲੀ ਕੋਰਟ ਦੇ ਵਿੱਚ, ਇਹ ਕੇਸ ਵੀ ਹਾਰ ਗਏ ਸੀਗੇ ਤੇ ਕੋਰਟ ਨੇ ਵੀ ਇਸ ਬੈਨ ਨੂੰ ਜਿਹੜਾ ਜੈਨੂਅਨ ਮਤਲਬ ਠੀਕ ਦੱਸਿਆ ਸੀਗਾ ਜੀ। ਤੇ ਫਿਰ ਇਹਨਾਂ ਨੇ ਅਪੀਲ ਕੀਤੀ ਸੀ। ਉਸ ਅਪੀਲ ਦੀ ਜਿਹੜੀ ਹੀਅਰਿੰਗ ਆ ਨਾ ਇਸ ਵੇਲੇ ਅਰਸ਼ਪੀ ਉਹ ਵੈਨਕੂਵਰ ਦੇ ਵਿੱਚ ਚੱਲ ਰਹੀ ਆ, ਫੈਡਰਲ ਕੋਰਟ ਦੇ ਵਿੱਚ। ਤੇ ਫੈਡਰਲ ਕੋਰਟ ਦੇ ਵਿੱਚ ਜਾਣੀ ਇਹ ਹਜੇ 26 ਅਪ੍ਰੈਲ ਤੱਕ ਹੀਅਰਿੰਗ ਜਿਹੜੀ ਉਹ ਚੱਲੀ ਜਾਣੀ ਆ। ਇਹਨਾਂ ਜਾਣੀ ਲੰਬਾਈ ਕੇਸ ਹੋਇਆ ਆ ਹਨਾ, ਉਹਦੇ ਵਿੱਚ ਜਿਹੜੇ ਅਲੱਗ-ਅਲੱਗ ਵਿਟਨੈਸਸ ਆ ਜਾਣੀ ਕਿ ਉਹ ਆਪਣੀਆਂ ਸਟੇਟਮੈਂਟਸ ਦੇ ਰਹੇ ਆ। ਤੇ ਦੂਸਰੇ ਪਾਸੇ ਇਹ ਗਵਰਨਮੈਂਟ ਵਿਚਾਲੇ ਜਾਂ ਕਹਿ ਲਓ ਵੀ ਜਿਹੜਾ ਸਾਡਾ ਪਬਲਿਕ ਸੇਫਟੀ ਮਿਨਿਸਟਰੀ ਆ ਤੇ ਇਹ ਦੋ ਜਿਹੜੇ ਸਰਦਾਰ ਬਰਾੜ ਹੈ ਤੇ ਸਰਦਾਰ ਦੁੱਲੇ, ਉਹਨਾਂ ਦੇ ਵਿਚਕਾਰ ਇਹ ਕੇਸ ਹੈਗਾ। ਤੇ ਫਿਰ ਜਦੋਂ ਇਹ ਸਟੇਟਮੈਂਟਸ ਹੁੰਦੀਆਂ ਉਹਦੇ ਵਿੱਚ ਆਮ ਤੌਰ ਤੇ ਜਾਣੀ ਸਾਡੀ ਜਿਹੜੀ ਕੈਨੇਡਾ ਦੀ ਖੂਫੀਆ ਏਜੰਸੀ ਆ CSIS, ਉਹਦਾ ਜ਼ਿਕਰ ਆਉਂਦਾ, ਖਾਲਿਸਤਾਨ ਦਾ ਜ਼ਿਕਰ ਆਉਂਦਾ, ਸਿੱਖਸ ਫॉर ਜਸਟਿਸ ਦਾ ਜ਼ਿਕਰ ਆਉਂਦਾ, ਰੈਫਰੈਂਡਮ ਜਿਹੜਾ 2020 ਸੀਗਾ ਉਹਦਾ ਜ਼ਿਕਰ ਆਉਂਦਾ ਹੈ, ਬੱਬਰ ਖਾਲਸਾ ਦਾ ਜ਼ਿਕਰ ਆਉਂਦਾ ਹੈ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦਾ ਜ਼ਿਕਰ ਆਉਂਦਾ ਹੈ, ਸ਼੍ਰੋਮਣੀ ਅਕਾਲੀ ਦਲ ਦੀ ਗੱਲ ਚੱਲਦੀ ਹੈ, ਸ਼੍ਰੋਮਣੀ ਅਕਾਲੀ ਦਲ ਮਾਨ ਦੀ ਗੱਲ ਚੱਲਦੀ ਹੈ। ਇਹਦੇ ਨਾਲ ਹੀ ਫਿਰ ਜਗਤਾਰ ਸਿੰਘ ਜੱਗੀ ਜੌਲ, ਉਹਦਾ ਨਾਂ ਵੀ ਆ ਜਾਂਦਾ ਵਿੱਚ ਹੀ। ਨਾਲ ਫਿਰ ਜਿਹੜਾ ਰੁਲਦਾ ਸਿੰਘ ਕਤਲ ਕੇਸ ਉੱਥੇ ਹੋਇਆ ਸੀਗਾ ਪੰਜਾਬ ਦੇ ਵਿੱਚ, ਉਹਦਾ ਵੀ ਇਹਦੇ ਨਾਲ ਹੀ। ਫਿਰ ਪਾਕਿਸਤਾਨ ਦੇ ਵਿੱਚ ਜਿਹੜੇ ਕੁਝ ਸਿੱਖ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਰਣਜੀਤ ਸਿੰਘ ਉਰਫ ਨੀਟਾ ਵੀ ਸ਼ਾਮਲ ਹੈ। ਸੋ ਇਹ ਜਿਹੇ ਜਿਹੜੇ ਨਾਮ ਆ ਨਾ ਜੀ ਵੀ ਉਹ ਸਟੇਟਮੈਂਟਸ ਦੇ ਵਿੱਚ ਇੱਧਰ ਉੱਧਰ ਉਹਨਾਂ ਦੀ ਚਰਚਾ ਜਿਹੜੀ ਆ ਚੱਲਦੀ ਹੈ। ਇਹਦੇ ਨਾਲ ਹੀ ਜਾਣੀ ਕਿ ਵੀ ਇੱਕ ਜਿਹੜੀ ਕਮਾਲ ਦੀ ਗੱਲ ਆ ਇਹ ਸਾਹਮਣੇ ਆਈ ਜਿਹੜੀ ਕਿ ਆਪਣਾ ਪਰਵਕਾਰ ਸਿੰਘ ਦੂਲੇ ਨੇ ਸਟੇਟਮੈਂਟ ਦੇ ਵਿੱਚ ਕਹੀ, ਅਰਸ਼, ਕਿ ਜਿਹੜਾ ਕੈਨੇਡਾ ਦਾ ਸਿਸਟਮ ਆ ਇੱਕ ਤਰੀਕੇ ਨਾਲ ਸਰਕਾਰ ਆ ਵੀ ਉਹ ਭਾਰਤ ਦੇ ਇਨਫਲੂਐਂਸ ਹੇਠ ਆ, ਦਬਾਅ ਹੇਠ ਹੈ। ਇਸੇ ਕਰਕੇ ਉਹਨਾਂ ਨੇ ਕਿਹਾ ਵੀ ਜਿਹੜੇ ਕੈਨੇਡਾ ਦੇ ਕੁਝ ਪੰਜਾਬੀ ਮੈਂਬਰ ਪਾਰਲੀਮੈਂਟ ਆ ਨਾ, ਤੇ ਉਹ ਮੈਨੂੰ ਮਿਲ ਕੇ ਆ ਕੇ ਉਹਨਾਂ ਨੇ ਇਹ ਕਹਿੰਦੇ ਦਬਾਅ ਪਾਉਂਦੇ ਸੀਗੇ ਵੀ ਤੂੰ ਸਹੀ ਜਿਹੜਾ ਨਾ ਵੀ ਭਾਰਤ ਦੇ ਜਿਹੜੇ ਕੌਂਸੂਲੇਟ ਇੱਥੇ ਆਫਿਸ ਦੇ ਅਧਿਕਾਰੀ ਆ ਵੀ ਉਹਨਾਂ ਦੇ ਨਾਲ ਮੀਟਿੰਗ ਕਰ ਲਓ, ਉਹਨਾਂ ਦੇ ਨਾਲ ਜਾਣੀ ਕਿ ਗੱਲਬਾਤ ਕਰਕੇ ਆਪਣਾ ਮਸਲਾ ਹੱਲ ਕਰ ਲਓ ਤੇ ਫਿਰ ਤੁਸੀਂ ਭਾਰਤ ਵੀ ਜਾ ਸਕੋਗੇ ਤੇ ਮੁਸ਼ਕਲਾਂ ਹੱਲ ਹੋ ਜਾਣਗੀਆਂ। ਪਰ ਉਹਨਾਂ ਨੇ ਕਿਹਾ ਜੀ ਵੀ ਨਹੀਂ, ਮੈਂ ਇਹ ਮੀਟਿੰਗ ਨਹੀਂ ਕਰਨੀ। ਤੇ ਜਦੋਂ ਜੱਜ ਨੇ ਉਹਨਾਂ ਨੂੰ ਕਿਹਾ ਵੀ ਤੂੰ ਮੀਟਿੰਗ ਕਰ ਲੈਂਦਾ, ਮਤਲਬ ਕਿਉਂ ਨਹੀਂ ਕੀਤੀ, ਉਹ ਕਹਿੰਦੇ ਨਹੀਂ ਜੀ ਵੀ ਮੈਂ ਆਪਣਾ ਜਿਹੜਾ ਸੈਲਫ ਡਿਟਰਮੀਨੇਸ਼ਨ ਹੈ, ਆਪਣੀ ਖੁਦ ਮੁਖਤਿਆਰੀ ਦੇ ਆਧਾਰ ਤੇ ਆਪਣਾ ਜਿਹੜਾ ਹੱਕਾਂ ਨੂੰ ਦੇਖਦੇ ਹੋਏ ਮੈਂ ਸਮਝਿਆ ਵੀ ਉਹ ਮੀਟਿੰਗ ਜਿਹੜੀ ਮੈਨੂੰ ਉਹਨਾਂ ਅਫੀਸ਼ੀਅਲਸ ਦੇ ਨਾਲ ਨਹੀਂ ਕਰਨੀ ਚਾਹੀਦੀ ਜੀ। ਏਦਾਂ ਕਰਕੇ ਆ ਜੀ ਵੀ ਇਹ ਜਾਣੀ ਕਾਫੀ ਲੰਬੇ ਸਮੇਂ ਤੋਂ ਦੋਨੇ ਜਣੇ ਆਪਸ ਦੇ ਵਿੱਚ ਮਿਲੇ ਹੋਏ ਇੱਥੇ ਨਗਰ ਕੀਰਤਨ ਦੇ ਵਿੱਚ ਹੀ। ਕਹਿੰਦੇ ਸਾਡੀਆਂ ਮੁਲਾਕਾਤਾਂ 2014 ਦੇ ਵਿੱਚ ਹੋਈਆਂ ਸੀਗੀਆਂ, ਫਿਰ ਇਹ 2015-16 ਦੇ ਵਿੱਚ ਇਕੱਠੇ ਜਾਣੀ ਕਿ ਪਾਕਿਸਤਾਨ ਵੀ ਇੱਥੋਂ ਜਥਿਆਂ ਦੇ ਨਾਲ ਗਏ। ਤੇ ਵੀ ਪਾਕਿਸਤਾਨ ਦੇ ਵਿੱਚ ਜਾਣੀ ਕੀ ਕੁਝ ਜਾ ਕੇ ਇਹਨਾਂ ਨੇ ਕੀਤਾ, ਕਿੱਦਾਂ ਦੀ ਐਕਟੀਵਿਟੀ ਰਹੀ, ਉਹਦਾ ਵੀ ਜ਼ਿਕਰ ਜਾਣੀ ਕਿ ਖੁਫੀਆ ਏਜੰਸੀ ਨੇ ਬੜੀ ਜਾਣਕਾਰੀ ਜਿਹੜੀ ਆ ਉਹ ਇਕੱਠੀ ਕੀਤੀ ਹੋਈ ਆ ਇਹਨਾਂ ਦੀਆਂ ਫਾਈਲਸ ਦੇ ਵਿੱਚ, ਉਹ ਲੱਗੀ ਹੋਈ ਆ। ਮਤਲਬ ਬੈਨ ਇਹੋ ਜਿਹਾ ਐਵੇਂ ਨਹੀਂ ਲੱਗਦਾ, ਪਰ ਇਹ ਦੋਨੇ ਜਾਣੀ ਕਿ ਆਪਸ ਦੇ ਵਿੱਚ ਬਿਜ਼ਨਸ ਦੇ ਵਿੱਚ ਵੀ ਭਾਈਵਾਲ ਹੈਗੇ ਆ। ਤੇ ਮਤਲਬ ਇੱਥੇ ਟੋਰਾਂਟੋ ਦੇ ਵਿੱਚ ਵੀ, ਉੱਥੇ ਵੈਨਕੂਵਰ ਦੇ ਵਿੱਚ ਵੀ ਮਿਲ ਕੇ ਜਾਣੀ ਕਿ ਕਾਰ ਰੈਂਟਲ ਕੰਪਨੀ ਵਗੈਰਾ ਉਹ ਬਿਜ਼ਨਸ ਆਪਣਾ ਚਲਾ ਰਹੇ ਆ ਜੀ। ਪਰ ਕੁੱਲ ਮਿਲਾ ਕੇ ਜਾਣੀ ਕਿ ਇਹ ਆ ਜੀ ਵੀ ਇਹ ਹੁਣ ਭਗਤ ਸਿੰਘ ਬਰਾੜ ਤੇ ਚਲੋ ਬਾਅਦ ਦੇ ਵਿੱਚ ਆਪਣੀ ਮਾਂ ਦੇ ਨਾਲ, ਆਪਣੇ ਮਦਰ ਦੇ ਨਾਲ, ਆਪਣੀ ਸਿਸਟਰ ਦੇ ਨਾਲ ਆਪਣੇ ਇੱਥੇ ਪਹੁੰਚੇ ਸੀਗੇ ਕੈਨੇਡਾ ਦੇ ਵਿੱਚ। ਪਰ ਲੇਕਿਨ ਕੇਸ ਤੋਂ ਪਹਿਲਾਂ ਇਹਨਾਂ ਦੇ ਪਿਤਾ ਆਪ ਹੀ ਇਹਨਾਂ ਨੇ ਕਿਹਾ ਵੀ ਲਖਬੀਰ ਸਿੰਘ ਰੋਡੇ ਜਿਹੜੇ ਵੀ ਉਹ ਇੱਥੇ ਕਿਸੇ ਵਿਆਹ ਤੇ ਪਹੁੰਚੇ ਸੀ, ਬਾਅਦ ਦੇ ਵਿੱਚ ਉਹ ਇੱਥੇ ਰਿਫਿਊਜੀ ਬਣ ਗਏ। ਉਸ ਤੋਂ ਬਾਅਦ ਜਾਣੀ 1985 ਚ ਭਾਵੇਂ ਹੋਏ ਆਏ, 1991 ਚ ਫਿਰ ਉਹ ਜਾ ਕੇ ਪਾਕਿਸਤਾਨ ਹੀ ਚਲੇ ਗਏ ਇੱਥੋਂ, ਤੇ ਪਾਕਿਸਤਾਨ ਚ ਹੀ ਜਾ ਕੇ ਰਹਿਣ ਲੱਗ ਪਏ। ਤੇ ਇਹ ਜਾਣੀ ਫੈਮਿਲੀ ਇੱਥੇ ਜਿਹੜੀ ਹੈਗੀ ਆ। ਹੁਣ ਇਹ ਹੁੰਦਾ ਵੀ ਇਹ ਜਦੋਂ ਵੀ ਉੱਥੇ ਜਾਂਦੇ ਆ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਵੀ ਮਿਲਦੇ ਆ, ਤੇ ਇੱਥੋਂ ਵੀ ਨੈਚੁਰਲੀ ਆ ਵੀ ਉਹਨਾਂ ਦਾ ਫਾਦਰ ਹੈ, ਸੰਪਰਕ ਰਹਿੰਦਾ ਹੈ। ਸੋ ਸ਼ੱਕ ਦੇ ਆਧਾਰ ਤੇ ਸਮਝਿਆ ਜਾਂਦਾ ਵੀ ਜਦੋਂ ਕੈਨੇਡੀਅਨ ਸਿਟੀਜ਼ਨਸ਼ਿਪ ਇਸ ਆਪਣੇ ਭਗਤ ਸਿੰਘ ਬਰਾੜ ਹੋਣਾ ਨੇ ਲਈ ਆ, ਮਤਲਬ ਸਭ ਤੋਂ ਪਹਿਲਾਂ 1999 ਚ ਫਿਰ ਇਹਨਾਂ ਨੇ ਫੈਸਲਾ ਕੀਤਾ ਵੀ ਮੈਂ ਜੋ ਹੈ ਪਾਕਿਸਤਾਨ ਜਾਣਾ, ਹੈ ਨਾ। ਪਾਕਿਸਤਾਨ ਵਿੱਚ ਸਭ ਤੋਂ ਪਹਿਲਾਂ ਹੀ ਗਿਆ ਇੱਥੋਂ,
ਤੇ 2014 ਚ ਵੀ 15 ਚ ਵੀ 16 ਚ ਵੀ 17 ਚ ਜਾਣੀ ਹਰ ਸਾਲ ਇੱਥੋਂ ਪਾਕਿਸਤਾਨ ਦਾ ਆਉਣ ਜਾਣ ਦਾ ਜਿਹੜਾ ਗੇੜਾ ਉਹ ਲੱਗਦਾ ਰਿਹਾ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਸੀਗੀ ਨਾ ਟਰੈਵਲ ਹਿਸਟਰੀ ਲੱਗਦਾ ਵੀ ਇੱਧਰੋਂ ਉੱਧਰੋਂ ਪਾਕਿਸਤਾਨ ਦੇ ਨਾਲ ਸੰਪਰਕ ਤੇ ਜਿਸ ਤਰ੍ਹਾਂ ਪਹਿਲਾਂ ਸੰਸਥਾਵਾਂ ਦੇ ਨਾਂ ਦੱਸੇ ਆ ਵੀ ਇਸ ਕੇਸ ਦੇ ਵਿੱਚ ਆ ਰਹੇ ਆ ਕਿਤੇ ਨਾ ਕਿਤੇ ਜਾਣੀ ਕਿ ਸ਼ੰਕਾ ਪ੍ਰਗਟ ਕੀਤਾ ਜਾ ਰਿਹਾ ਵੀ ਇਹ ਐਕਸਟਰੀਮਿਜ਼ਮ ਜਾਣੀ ਕਿ ਅੱਤਵਾਦ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਸੀ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਜਾਣੀ ਇਹ ਸਪੋਰਟ ਭੇਜਦੇ ਆ। ਪਰ ਉਹਨਾਂ ਦੋਨਾਂ ਨੇ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਸਪੋਰਟ ਇੱਥੋਂ ਕਰਦੇ ਨਹੀਂ ਹੈ। ਫਿਰ ਜਦੋਂ ਜੱਜ ਦਾ ਇਹ ਵਿਚਾਰ ਹੁੰਦਾ ਨਾ ਵੀ ਤੁਹਾਡੇ ਤੇ ਇੰਨੇ ਗੰਭੀਰ ਦੋਸ਼ ਕਿਉਂ ਲੱਗ ਗਏ ਜੇ ਤੁਸੀਂ ਇੰਨੇ ਭੋਲੇ ਆ ਹਨਾ ਵੀ ਕਿਉਂ ਐਡੇ ਐਡੇ ਵੱਡੇ ਦੋਸ਼ ਤੁਹਾਡੇ ਤੇ ਲੱਗੇ ਹੋਏ ਆ। ਫਿਰ ਇਹ ਭਗਤ ਸਿੰਘ ਬਰਾੜ ਸਮਝਦੇ ਆ ਵੀ ਜਿਹੜਾ ਇਹ ਭਾਰਤ ਦੇ ਕੌਂਸਲੇਟ ਸਟਾਫ ਤੇ ਓਨਟਾਰੀਓ ਗੁਰਦੁਆਰਾ ਕਮੇਟੀ ਨੇ ਬੈਨ ਲਗਾਇਆ ਸੀਗਾ ਨਾ 2017 ਦੇ ਵਿੱਚ ਜਨਵਰੀ ਦਸੰਬਰ ਦੇ ਵਿੱਚ ਤੇ ਉਹ ਬੈਨ ਦੇ ਕਰਕੇ ਹੋ ਸਕਦਾ ਵੀ ਇਸ ਤਰ੍ਹਾਂ ਦੀ ਕੋਈ ਬਦਲਾ ਲਊ ਕਾਰਵਾਈ ਆ ਵੀ ਉਹਨੂੰ ਇਹੋ ਜਿਹੇ ਕੇਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਜੀ। ਉਹ ਕਹਿੰਦੇ ਮੈਂ ਤੇ ਪਿਛਲੇ ਆਪਣੇ 11 ਸਾਲ ਦੀ ਉਮਰ ਤੋਂ ਬਾਅਦ ਇਸ ਵੇਲੇ ਜਿਹੜੀ ਉਮਰ ਹੈ ਤਕਰੀਬਨ 47 ਸਾਲ ਆ ਵੀ ਮੈਂ ਤੇ ਕਦੀ ਭਾਰਤ ਗਿਆ ਹੀ ਨਹੀਂ ਜੋ ਇੱਥੇ ਆਇਆ। ਸੋ ਉਸ ਲਿਹਾਜ਼ ਨਾਲ ਇਹ ਵੀ ਆਪਣੇ ਆਪ ਨੂੰ ਨਿਰਦੋਸ਼ ਦੱਸ ਰਹੇ ਨੇ ਤੇ ਦੂਸਰੇ ਪਾਸੇ ਕੇਸ ਦੀ ਸੁਣਵਾਈ ਹੈ ਜਿਹੜੀ ਉਹ ਅਜੇ ਚੱਲੀ ਜਾਣੀ ਹੈ ਅਗਲਾ ਲੈਂਦੇ ਪਹਿਲੀ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਅਰਸ਼ ਜੀ ਐਂਡ ਸਤਪਾਲ ਜੌਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਤੇ ਕੋਈ ਸਵਾਲ ਨਹੀਂ, ਮੈਂ ਧੰਨਰਾਜ ਚੀਮਾ ਬੋਲ ਰਿਹਾ। ਮੈਂ ਸਲੂਟ ਮਾਰਨਾ ਚਾਹੁੰਦਾ ਜੌਲ ਸਾਹਿਬ ਨੂੰ, ਇੰਨਾ ਅਵੇਅਰ ਕਰਾਉਂਦੇ ਆ ਨਾ ਆਪਣੀ ਕਮਿਊਨਿਟੀ ਨੂੰ, ਪਰ ਫੇਰ ਵੀ ਚਲੋ ਨਿੱਕੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਤੇ ਪਲੀਜ਼ ਕੀਪ ਇਟ ਅਪ। ਬਹੁਤ ਅੱਛਾ ਪ੍ਰੋਗਰਾਮ ਚੱਲ ਰਿਹਾ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਚੀਮਾ ਸਾਹਿਬ ਵੈਸੇ ਨਿੱਕੀਆਂ ਮੋਟੀਆਂ ਗੱਲਾਂ ਹੋਣ ਫਿਰ ਤੇ ਪਰਵਾਹ ਨਾ ਕਰੀਏ, ਪਰ ਗੱਲਾਂ ਹੁਣ ਮਤਲਬ ਨਿੱਕੀਆਂ ਮੋਟੀਆਂ ਹੁੰਦਿਆਂ ਸ਼ਾਇਦ ਜਿਉਂ ਫਿਰ ਹੱਥ ਪੈਂਦਾ ਜਾਂਦਾ ਤੇ ਵੱਡੀਆਂ ਹੋਣ ਲੱਗ ਪੈਂਦੀਆਂ। ਹੁਣ ਇਹਦੇ ਤੋਂ ਵੱਡੀਆਂ ਕੀ ਹੋਣਗੀਆਂ ਵੀ ਅਜੇ ਕਹਿ ਲਓ ਵੀ ਦਿਨ 110 ਬੀਤੇ ਹੁਣ ਨਵੇਂ ਸਾਲ ਦੇ ਤੇ ਸਾਡੇ ਆਪਣੇ ਲੋਕ ਟੋਰਾਂਟੋ ਇਲਾਕੇ ਦੇ ਵਿੱਚੋਂ 75 ਦੇ ਕਰੀਬ ਪਹੁੰਚ ਗਏ। ਹੁਣ ਜੇਲ੍ਹਾਂ ਦੇ ਵਿੱਚ ਅਰੈਸਟ ਹੋ ਗਏ ਹੋ ਗਈਆਂ ਹੁਣ ਹਨਾ 75 ਜੀ। ਤੇ ਮੈਂ ਪੁੱਛਦਾ ਵੀ ਕਿਹੜੀ ਆ ਹੋਰ ਕਮਿਊਨਿਟੀ ਜਿਹਨਾਂ ਦੇ ਹੋਰ ਇੰਨੇ ਹੋਏ ਆ ਹਨਾ। ਆਪਾਂ ਨੂੰ ਲੱਗਦਾ ਜੋ ਰਹਿੰਦਾ ਵੀ ਹੋਰ ਕਮਿਊਨਿਟੀਆਂ 'ਚ ਵੀ ਹੁੰਦਾ ਹੋਊਗਾ। ਤੇ ਮਤਲਬ ਕਹਿੰਦਾ ਵੀ ਵਿਦੇਸ਼ ਤੋਂ ਆ ਕੇ ਬਾਹਰਲੇ ਮੁਲਕ ਨੂੰ ਜਿਹੜੇ ਲੋਕ ਇੱਥੇ ਸਵਰਗ ਸਿਰਜਣ ਆਏ ਆਰਸ਼ ਜੀ, ਇੱਥੇ ਆ ਕੇ ਜੀ ਉਹ ਠੱਗਣੀ ਚੋਰਨੀ ਬੇਈਮਾਨਣੀ ਬਣ ਗਏ, ਲੋੜਵੰਦਾਂ ਨੂੰ ਲੁੱਟਣ ਵਾਲੇ ਤੇ ਵਾਲੀਆਂ ਬਣ ਗਏ, ਜਿੱਥੇ ਹੱਥ ਪਿਆ ਜਾਣੀ ਉਧਰੋਂ ਆਪਣੇ ਖੀਸੇ ਭਰ ਲਏ, ਘਰ ਵੱਡੇ ਕਰਨ ਨੂੰ ਲਾਲਚੀ ਹੋ ਗਏ, ਲਾਲਚਣਾ ਬਣ ਗਏ। ਸੋ ਇੰਨੀ ਕਮੀ ਆਪਾਂ ਇੱਕ ਵੀ ਨਹੀਂ ਸੀ ਆਏ ਜਦੋਂ ਉੱਥੋਂ ਅਰਦਾਸਾਂ ਕਰਕੇ ਤੁਰਦੇ ਸੀ ਹਨਾ ਜੀ। ਸੋ ਤਦ ਕਰਕੇ ਇਹ ਹੈ ਜੀ ਕਿ ਨਿੱਕੀ ਮੋਟੀ ਗੱਲ ਵੀ ਵੈਸੇ ਤੇ ਨਹੀਂ ਸੀ ਹੋਣੀ ਚਾਹੀਦੀ। ਚਲੋ ਜੇ ਨਿੱਕੀ ਮੋਟੀ ਨੂੰ ਆਪਾਂ ਸੌਖੀ ਕਰਨਾ ਵੀ ਆ, ਪਰ ਇਹ ਪਿਛਲੇ 30 ਸਾਲਾਂ ਦੇ ਵਿੱਚ ਜੋ ਜਾਣੀ ਹੁਣ ਕ੍ਰਾਈਮ ਦੇ ਲਿਹਾਜ਼ ਨਾਲ ਸਾਡੀ ਕਮਿਊਨਿਟੀ ਦੇ ਵਿੱਚ ਤਰਥੱਲੀ ਆ ਕ੍ਰਾਈਮ ਦੀ ਹਨਾ। ਹਰ ਤਰ੍ਹਾਂ ਦੇ ਫਰੇਬ ਦੀ, ਝੂਠ ਦੀ, ਜਿੱਥੋਂ ਵੀ ਜਾਣੀ ਕਿ ਹੱਥ ਪੈਂਦਾ ਤੇ ਜੇ ਕਿਸੇ ਹੋਰ ਦਾ ਬਾਹਲਾ ਹੱਥ ਨਾ ਵੀ ਪਵੇ ਤੇ ਮੈਂ ਨਕਲੀ ਆਪਣਾ ਐਕਸਪੀਰੀਅੰਸ ਪਵਾ ਕੇ ਟਰੱਕ ਦਾ ਲਾਇਸੈਂਸ ਹੀ ਲੈ ਲਵਾਂ ਹਨਾ। ਹੁਣ ਹੈ ਤੇ ਇਹ ਵੀ ਚੋਰ ਬਜ਼ਾਰੀ ਆ ਨਾ, ਇਹਨੂੰ ਆਪਾਂ ਸਮਝੀਏ ਤਾਂ, ਪਰ ਆਪਾਂ ਕਰੀ ਜਾਂਦੇ ਹਾਂ, ਆਪਾਂ ਕਰੀ ਵੀ ਜਾਂਦੇ ਹਾਂ, ਆਪਾਂ ਸਹੀ ਵੀ ਜਾਂਦੇ ਹਾਂ। ਹੁਣ ਕੱਲ ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀਗਾ, ਉਹਨੂੰ ਕਿਸੇ ਬੰਦੇ ਨੇ ਲੁੱਟ ਲਿਆ ਹਨਾ, ਕਿਸੇ ਨੇ ਉਹਨਾਂ ਨੂੰ ਲੁੱਟ ਲਿਆ। ਕਹਿ ਲਓ ਵੀ ਚੰਗੇ ਭਲੇ ਇੱਥੇ ਪ੍ਰੋਫੈਸ਼ਨਲ ਆ ਉਹ ਇਮੀਗ੍ਰੇਸ਼ਨ 'ਚ, ਤੇ ਵੀ ਜੇ ਤੁਸੀਂ ਕਹਿੰਦੇ ਆ ਤੇ ਉਹਨਾਂ ਦਾ ਨਾਂ ਲੈ ਦਿੰਦੇ ਆ। ਜਾਣੀ ਕਿ ਇੰਨੀ ਅਸੀਂ ਸਹਿਮੀ ਹੋਈ ਇੱਕ ਪਾਸੇ ਕੌਮ ਆ, ਅਸੀਂ ਜਿਹਨੇ ਸਾਨੂੰ ਲੁੱਟਿਆ ਉਹਦਾ ਨਾਂ ਵੀ ਲੈਣ ਲੱਗਿਆ, ਪੁੱਛਦੇ ਆ ਅਗਲੇ ਨੂੰ ਵੀ ਜੇ ਤੁਸੀਂ ਕਹਿੰਦੇ ਉਹਦਾ ਨਾਂ ਲੈ ਦਿੰਦਾ। ਇੱਕ ਪਾਸੇ ਅਸੀਂ ਅਣਖੀਲੇ ਤੇ ਗੈਰਤ ਬਹੁਤ ਮੰਦ ਕੌਮ ਆ ਹਨਾ। ਦੂਜੇ ਪਾਸੇ ਸਾਡੀ ਹਾਲਤ ਇਹ ਆ ਵੀ ਅਸੀਂ ਅਪਰਾਧੀਆਂ ਤੇ ਅਪਰਾਧਨਾਂ ਦੇ ਪਰਦੇ ਕੱਜਦੇ ਆ, ਪਰਦੇ ਕੱਜਣ ਵਾਲੀ ਕੌਮ ਆ ਜੀ। ਆਪਾਂ ਉੱਥੋਂ ਕੱਜਦੇ ਆਏ ਆ ਵੀ ਇਹਦੀ ਨੌਕਰੀ ਆ ਜੀ, ਇਹਦੇ ਬੱਚੇ ਆ ਜੀ, ਮਾਪ ਛੱਡ ਦਈਏ ਜੀ ਹਨਾ। ਸੋ ਏਦਾਂ ਅਪਰਾਧਨਾਂ ਨੂੰ ਬੇਈਮਾਨੀਆਂ ਨੂੰ ਜੋ ਤੁਸੀਂ ਲਿਹਾਜ਼ ਕਰਦੇ ਹੋ ਤੇ ਉਹ ਸਿਉਂਕ ਤੇ ਘੁਣ ਬਣ ਕੇ ਹੋਰ ਤੁਹਾਨੂੰ ਤੇ ਤੁਹਾਡੇ ਮੁਲਕ ਨੂੰ ਖਾਂਦੇ ਨੇ ਤੇ ਫਿਰ ਤੁਹਾਨੂੰ ਭੱਜਣਾ ਪੈਂਦਾ ਕਿਸੇ ਹੋਰ ਪਾਸੇ। ਸੋ ਤਦ ਕਰਕੇ ਇਹ ਹੈ ਵੀ ਗੱਲਾਂ ਕਈ ਵਾਰੀ ਬਹੁਤ ਜ਼ਰੂਰੀ ਹੋ ਜਾਂਦੀਆਂ ਵੀ ਭਾਵੇਂ ਨਿੱਕੀਆਂ ਹੋਣ ਤੇ ਭਾਵੇਂ ਵੱਡੀਆਂ। ਇਹ ਹੁੰਦਾ ਵੀ ਜਦੋਂ ਸੂਲਾਂ ਜੰਮਦੀਆਂ ਨੇ ਮੂੰਹ ਹਜੇ ਉਹਨਾਂ ਦਾ ਮਰੋੜਨਾ ਸੌਖਾ ਹੁੰਦਾ। ਤਦ ਕਰਕੇ ਇਹ ਵੀ ਸੂਲਾਂ ਜੰਮਦੀਆਂ ਨੂੰ ਇੱਥੇ ਅਪਰਾਧਨਾਂ ਨੂੰ, ਇਹ ਚੋਰਨੀਆਂ ਨੂੰ, ਠੱਗਣੀਆਂ ਨੂੰ ਨਹੀਂ ਜਾਣੀ ਕਿ ਉਹਨਾਂ ਨੂੰ ਉਸ ਵੇਲੇ ਸਬਕ ਸਿਖਾਇਆ ਗਿਆ ਤੇ ਤਦੇ ਅੱਜ ਜਾਣੀ ਮੂੰਹ ਜਿਹੜੇ ਉਹਨਾਂ ਦੇ ਵੱਡੇ ਹੋਏ ਆ, ਲੁੱਟ ਕੇ ਜਾਣੀ ਕਿ ਉਹਨਾਂ ਨੇ ਆਪਣੇ ਕਾਫਲੇ ਤੇ ਘਰ ਵੱਡੇ ਕਰ ਲਏ ਹੋਏ ਆ। ਲੋਕ ਸਿਰਫ ਗੱਲਾਂ ਹੀ ਕਰੀ ਗਏ। ਕੈਨੇਡਾ ਦਾ ਸਿਸਟਮ ਬੜਾ ਸਮਰੱਥ ਸੀ, ਲੋਕਾਂ ਨੇ ਉਹਦਾ ਸਹਿਯੋਗ ਨਹੀਂ ਦਿੱਤਾ ਕਿਉਂਕਿ ਅੰਡਰਸਟੈਂਡ ਨਹੀਂ ਕੀਤਾ ਕਿ ਅਸਲ 'ਚ ਉਹਨਾਂ ਨੂੰ ਕਰਨ ਦੀ ਕੀ ਲੋੜ ਆ। ਹੁਣ ਅਰਸ਼ ਰੰਗਲਾ ਪੰਜਾਬ ਧੰਨਵਾਦ, ਤੁਹਾਡਾ ਧੰਨਵਾਦ। ਸਹਿਯੋਗ ਦੇ ਨਾਲ ਹੁਣ ਕਮਿਊਨਿਟੀ ਹੌਲੀ ਅਵੇਅਰ ਹੋਈ ਹੈ। ਹੁਣ ਜੋ ਉਹਨਾਂ ਨੂੰ ਕਰਨਾ ਬਣਦਾ, ਜਿੱਥੇ ਕੰਪਲੇਂਟ ਜਾਣੀ ਚਾਹੀਦੀ ਉਸੇ ਵੇਲੇ ਜਾਂਦੀ ਆ, ਸਬਕ ਮਿਲਦਾ, ਲਾਇਸੈਂਸ ਧਾਰਕ ਦੀ ਰੀੜ੍ਹ ਦੀ ਹੱਡੀ ਤੁਰੰਤ ਸਿੱਧੀ ਹੁੰਦੀ ਆ ਤੇ ਥੋੜਾ ਜਿਹਾ ਹੁਣ ਅੱਗੇ ਨਾਲੋਂ ਪ੍ਰਣਾਲਾ ਠੀਕ ਹੁੰਦਾ ਲੱਗਦਾ ਵੀ ਆ। ਪਰ ਕੁੱਲ ਮਿਲਾ ਕੇ ਜੇ 20-25 ਸਾਲ ਅਸੀਂ ਇਹ ਕਹਿ ਵੀ ਇੰਨੀਆਂ ਅਣਦੇਖੀਆਂ ਨਾ ਕੀਤੀਆਂ ਹੁੰਦੀਆਂ, ਅਸੀਂ ਸਿਸਟਮ ਨੂੰ ਸਮਝਿਆ ਹੁੰਦਾ ਵੀ ਕੈਨੇਡਾ ਨੰਬਰ 1 ਕਿਉਂ ਸੀ, ਕੀ ਲੋਕ ਕਰਦੇ ਆ,
ਤਾਂ ਵੀ ਜਾਣੀ ਕਿ ਵੀ ਅਸੀਂ ਅੰਡਰਸਟੈਂਡ ਕਰਦੇ ਤੇ ਕਮਿਊਨਿਟੀ ਨੂੰ ਸਾਂਭ ਪਾਉਂਦੇ। ਸੋ ਇਹ ਹੈ ਜੀ ਵੀ ਹੁਣ ਇਹ ਬਰਨਾਲਾ ਕਾਫੀ ਜਿਹੜੇ ਘਰਾਲੇ ਵੱਗ ਗਏ ਆ, ਕ੍ਰਾਈਮ ਦੇ ਵਿੱਚ ਜੋ ਹਾਲਤ ਆ, ਜਿੰਨਾ ਲੁੱਟ ਕੇ ਲੋਕਾਂ ਨੇ ਘਰ ਆਪਣੇ ਭਰ ਲਏ ਆ, LMI ਚਿੱਠੀਆਂ ਵੇਚਣ ਤੇ ਹੋਰ ਚਿੱਠੀਆਂ ਵੇਚਣ ਦਾ ਕਲਚਰ ਤੇ ਫਤਿਹਗੜ੍ਹ ਸਾਹਿਬ ਤੋਂ ਆਪਾਂ ਲੈ ਕੇ ਆਏ ਆ ਹਨਾ। ਇਸ ਕਰਕੇ ਇਹ ਆ ਕਿ ਆਪਾਂ ਮੁੱਛਾਂ ਨੂੰ ਤਾਂ ਵੀ ਦਈਏ, ਗੈਰਤੀ ਵੀ ਹੋਈਏ, ਅਣਖੀ ਵੀ ਹੋਈਏ, ਨਾਲ ਅਸਲ 'ਚ ਦੇਖੀਏ ਵੀ ਗੈਰਤ ਅਣਖ ਵਾਲਾ ਕੋਈ ਕੰਮ ਕੀਤਾ ਵੀ ਜਾ ਰਿਹਾ, ਲੁੱਟ ਮਾਰ ਇੱਕ ਪਾਸੇ ਆ ਤੇ ਨਾਲ ਅਸੀਂ ਆਪਣੇ ਹੰਕਾਰਾਂ ਨੂੰ ਆਪਣਾ ਗੈਰਤ ਤੇ ਅਣਖ ਦੱਸਦੇ ਹਾਂ, ਹੰਕਾਰ ਨੂੰ ਗੈਰਤ ਤੇ ਅਣਖ ਦੱਸਦੇ ਹਾਂ, ਜਿਸ ਕਰਕੇ ਲੁੱਟ ਮਾਰ ਸ਼ਾਇਦ ਕਰਨਾ ਵੀ ਆਪਾਂ ਜਾਇਜ਼ ਕਈ ਵਾਰੀ ਸਮਝਦੇ ਆ ਵੀ ਸਾਡਾ 'ਚ ਕੀ ਜਾਂਦਾ ਹਨਾ। ਸੋ ਤਦ ਕਰਕੇ ਇਹ ਅੱਜ ਵੀ ਕਦੇ ਕਦੇ ਇਸ ਤਰ੍ਹਾਂ ਬੋਲਣਾ ਲੱਗਦਾ ਵੀ ਹਰ ਭੈਣ ਭਰਾ ਨੂੰ ਚਾਹੀਦਾ ਕਿ ਉਹਨਾਂ ਨੂੰ ਹੁਣ ਚਾਹੁੰਦੇ ਆ ਵੀ ਅਗਲੀਆਂ ਨਸਲਾਂ ਨੂੰ ਇੱਥੇ ਕੈਨੇਡਾ ਤੋਂ ਟੈਚੀ ਚੁੱਕ ਕੇ ਗਾਂ ਕਿਤੇ ਹੋਰ ਨਾ ਭੱਜਣਾ ਪਵੇ ਤੇ ਫਿਰ ਐਕਟਿਵ ਹੋਣ ਦੀ ਲੋੜ ਆ। ਫਿਰ ਇਹ ਨਹੀਂ ਗਾ ਵੀ ਸਾਡੀਆਂ ਗੱਲਾਂ ਹੀ ਕਰੀ ਜਾਏ ਵੀ ਮੈਨੂੰ ਕੀ ਲੱਗੇ ਹਨਾ, ਫਲਾਨਾ ਐਂ ਕਰਦਾ, ਢਿਮਕਾ ਐਂ ਕਰਦੇ, ਸਾਰੇ ਐਂ ਕਰਦੀਆਂ, ਸਾਰੀਆਂ ਹੀ ਇਉਂ ਕਰਦੀਆਂ, ਸਾਰੇ ਐਂ ਕਰਦੇ, ਸਾਰੀਆਂ ਇਉਂ ਕਰਦੀਆਂ, ਤੇ ਉਹ ਪੰਜਾਬ ਤੋਂ ਤਦੇ ਹੁਣ ਦੁਨੀਆ ਭੱਜ ਰਹੀ ਆ ਨਾ ਕੰਧਾਂ ਕੋਲੇ ਟੱਪ ਕੇ, ਪਾਸਪੋਰਟ ਪੜ ਕੇ, ਨਕਲੀ ਵਿਆਹ ਕਰਾ ਕੇ ਕਿੱਥੇ ਜਾਂਦੀ ਉਦੋਂ ਅਣਖ ਤੇ ਗੈਰਤ। ਆਪਾਂ ਕਿੰਨੇ ਅਣਖੀਲੇ ਤੇ ਗੈਰਤੀ ਆ, ਨਕਲੀ ਵਿਆਹ ਕਰਨ ਵੇਲੇ ਕਿੱਥੇ ਜਾਂਦੀ ਅਣਖ ਤੇ ਗੈਰਤ। ਸੋ ਇਸ ਕਰਕੇ ਇਹ ਆ ਵੀ ਆਪਾਂ ਅੰਡਰਸਟੈਂਡ ਕਰੀਏ ਥੋੜਾ ਜਿਹਾ, ਰਿਐਲਿਟੀ ਦੇ ਨਾਲ, ਅਸਲੀਅਤ ਦੇ ਨਾਲ ਵਾਹ ਪਾਈਏ ਤੇ ਐਵੇਂ ਹਵਾਈ ਗੱਲਾਂ ਕਰਕੇ ਨਾ ਆਪਣਾ ਕਲਗਾ ਵੱਡਾ ਕਰੀ ਜਾਈਏ ਵੀ ਸਾਡੇ ਵਰਗਾ ਦੁਨੀਆ 'ਚ ਹੋਰ ਪੈਦਾ ਹੀ ਕੋਈ ਨਹੀਂ ਹੋਇਆ ਜੀ। ਲੈਂਦੇ ਜੀ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਸੀ ਇਹ ਜਿਹੜੇ ਕਾਰਾਂ ਦੇ ਸਲੈਂਸਰ ਮੋਡੀਫਾਈ ਕੀਤੇ ਆ, ਪਟਾਕੇ ਚਲਾਉਂਦੇ ਆ, ਕੋਈ ਸਿਟੀ ਵੱਲੋਂ ਜਾਂ ਗਵਰਨਮੈਂਟ ਵੱਲੋਂ ਕੋਈ ਹੈਗਾ ਪ੍ਰੋਗਰਾਮ ਬਣਾਇਆ ਕੋਈ? ਇਹ ਤਾਂ ਬਹੁਤ ਟਾਈਮ ਪਹਿਲਾਂ ਤਾਂ ਬਣਿਆ ਸੀ ਜੀ। ਤਾਂ ਜੀ ਜੋਲ ਸਾਹਿਬ। ਹਾਂ ਨਹੀਂ ਕੋਈ ਨਹੀਂ, ਕਈ ਵਾਰੀ ਭੈਣ ਭਰਾ ਨਵੇਂ ਜੁੜਦੇ ਆ ਜਾਂ ਪ੍ਰੋਗਰਾਮ ਮਿਸ ਕਰ ਜਾਂਦੇ ਆ, ਅਸੀਂ ਆਪਣਾ ਹੀ ਕਸੂਰ ਮੰਨਦੇ ਆ ਜੀ। ਕੋਈ ਨਹੀਂ, ਤੁਸੀਂ ਨਹੀਂ ਸੁਣਿਆ, ਤੁਹਾਡਾ ਕੋਈ ਕਸੂਰ ਨਹੀਂ, ਸਾਡਾ ਹੀ ਕਸੂਰ ਆ ਵੀ ਅਸੀਂ ਬਾਰ-ਬਾਰ ਸ਼ਾਇਦ ਰੋਜ਼ ਕਰਦੇ ਰਹੀਏ, ਦੂਜੇ ਚੌਥੇ ਪੰਜਵੇਂ ਹਨਾ। ਤੇ ਜਦੋਂ ਤੱਕ ਵੀ ਭੈਣ ਭਰਾਵਾਂ ਸਾਰਿਆਂ ਨੂੰ ਪਤਾ ਲੱਗ ਜਾਏ, ਹੁਣ ਵੈਸੇ ਸ਼ਾਇਦ ਸਾਨੂੰ ਕੀਤਿਆਂ ਵੀ ਗੱਲ 2 ਮਹੀਨੇ ਹੋ ਗਏ ਸੀ ਜੀ, ਔਰ ਅਪੀਲ ਪੁਲਿਸ ਇਹਨਾਂ 'ਚ ਵੀ ਆਪਣਾ ਆਪਰੇਸ਼ਨ ਚਲਾਉਂਦੇ ਰਹਿੰਦੇ ਆ। ਹੁਣ ਤੁਸੀਂ ਦੱਸੋ, ਫਿਰ ਆਪਾਂ ਗੱਲ ਕਰਦੇ ਹੁੰਦੇ ਆ ਵੀ ਜੇ ਕਿਸੇ ਨੇ ਸ਼ਰਾਬ ਪੀ ਕੇ ਵੀ ਗੱਡੀ ਚਲਾਈ ਆ ਤੇ ਕੌਣ ਆ ਜਿਹੜੇ ਇੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੀਆਂ ਅਰਦਾਸਾਂ ਸੀ ਵੀ ਮੈਂ ਚੱਲਿਆ ਕੈਨੇਡਾ ਸਵਰਗ ਸੱਜਣ ਹਨਾ। ਇੱਥੇ ਅੱਗੇ ਜਿਹਨੇ ਸ਼ਰਾਬ ਪੀ ਕੇ ਗੱਡੀ ਵੀ ਚਲਾਈ ਆ ਉਹ ਵੀ ਅਪਰਾਧੀ ਆ, ਕ੍ਰਿਮੀਨਲ ਚਾਰਜ ਆ, ਮਤਲਬ ਕਿ ਰਾਹ ਤੋਂ ਭਟਕਿਆ ਹੋਇਆ। ਏਦਾਂ ਹੀ ਇਹ ਪਟਾਕੇ ਪਾਉਣ ਵਾਲੇ ਲੋਕ ਵੀ ਆ। ਉੱਥੇ ਜਾਣੀ ਪੰਜਾਬ ਦੀਆਂ ਗਲੀਆਂ ਧੂੜ ਫੱਕਦਿਆਂ ਇਹ ਅਰਦਾਸਾਂ ਸੀਗੀਆਂ ਵੀ ਕੈਨੇਡਾ 'ਚ ਜਾ ਕੇ ਏਦਾਂ ਕਰਾਂਗੇ ਅਸੀਂ ਹਨਾ। ਇਸ ਕਰਕੇ ਇਹਨਾਂ ਲੋਕਾਂ ਨੂੰ ਸਬਕ ਦੇਣ ਲਈ ਪੁਲਿਸ ਹੁਣ ਪਹਿਲਾਂ ਨਾਲੋਂ ਕਾਫੀ ਚੌਕਸ ਹੈਗੇ ਨੇ, ਪਰ ਕਮਿਊਨਿਟੀ ਨੂੰ ਵੀ ਚਾਹੀਦਾ ਵੀ ਜੇ ਤੁਹਾਡੇ ਆਂਢ ਗੁਆਂਢ ਦੇ ਵਿੱਚ ਕੋਈ ਗੱਡੀ ਕਿਸੇ ਦੀ ਏਦਾਂ ਮੋਡੀਫਾਈਡ ਹੈਗੀ ਆ, ਜਸਟ ਉਹਦੀ ਇੱਕ ਛੋਟੀ ਜਿਹੀ ਗੱਡੀ ਦੀ ਵੀਡੀਓ ਕਲਿੱਪ ਬਣਾਉਣੀ ਆ, ਜਦੋਂ ਪਟਾਕੇ ਮਾਰੇ ਇੱਕ ਉਹਦੀ ਪਲੇਟ ਦੀ ਫੋਟੋ ਖਿੱਚ ਲੈਣੀ ਆ, ਬਾਕੀ ਤੁਹਾਨੂੰ ਬਹੁਤਾ ਕੁਛ ਕਰਨ ਦੀ ਲੋੜ ਨਹੀਂ, ਉਹਨੂੰ ਜਾ ਕੇ ਕੁਛ ਨਹੀਂ ਕਹਿਣ ਦੀ ਲੋੜ ਹਨਾ। ਕੈਨੇਡਾ ਦੇ ਵਿੱਚ ਏਦਾਂ ਹੀ ਲੋਕ ਵਰਕ ਕਰਦੇ ਸੀ, ਤਾਂ ਇਹ ਨੰਬਰ 1 ਮੁਲਕ ਸੀਗਾ ਤੇ ਜਿਹੜਾ ਇਲਤੀ ਸ਼ਰਾਰਤੀ ਅਪਰਾਧੀ ਉਹਨੂੰ ਕੁਛ ਨਹੀਂ ਕਹਿਣਾ, ਤੁਸੀਂ ਨਹੀਂ ਉਹਨਾਂ ਜਾ ਕੇ ਲੜਨਾ, ਭਾਵੇਂ ਤੁਹਾਡਾ ਗੁਆਂਢੀ ਆ। ਜਸਟ ਸਿਸਟਮ ਨੂੰ ਦੱਸ ਦੇਣਾ ਵੀ ਆਹ ਇੱਥੇ ਆਹ ਕੁਛ ਹੋ ਰਿਹਾ, ਬਾਕੀ ਕੰਮ ਉਹਨਾਂ ਨੇ ਆਪੇ ਹੀ ਕਰ ਲੈਣਾ, ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਵੀ ਤੁਸੀਂ ਕੁਛ ਕੀਤਾ ਹਨਾ। ਇਸ ਕਰਕੇ ਪਰ ਹੁਣ ਆਪਾਂ ਉੱਥੋਂ ਕਲਚਰ ਲੈ ਕੇ ਆਏ ਆ ਦਿਮਾਗਾਂ ਦੇ ਵਿੱਚ, ਜਦੋਂ ਪੁਲਿਸ ਨੂੰ ਕੁਛ ਕਹਿ ਦਿੱਤਾ ਤੇ ਆਪਾਂ ਮੁਖਬਰ ਬਣ ਜਾਾਂਗੇ ਹਨਾ। ਆਪਾਂ ਇਹ ਜਾਣੀ ਦਿਮਾਗ ਦੇ ਵਿੱਚ ਕਲਚਰ ਜਿਹੜਾ ਇੱਥੇ ਢੋਇਆ, ਉਹਦੀ ਬਰਬਾਦੀ ਸਾਡੀ ਕਮਿਊਨਿਟੀ ਦੀ ਬਹੁਤ ਹੋਈ ਹੈ। ਇਹ ਦੁਨੀਆ 'ਚ ਨੰਬਰ 1 ਜਿਹੜੇ ਦੇਸ਼ ਆ ਉਹ ਹੈਗੇ ਹੀ ਇਸ ਕਰਕੇ ਆ ਵੀ ਲੋਕ, ਪੁਲਿਸ, ਸਰਕਾਰਾਂ, ਇਨਫੋਰਸਮੈਂਟ ਮਿਲ ਕੇ ਇੱਕ ਟੀਮ ਆ। ਮਤਲਬ ਜਰਾ ਕਿਤੇ ਹੀਲ ਹੁਜਤ ਹੋਈ ਨਹੀਂ, ਉਹਨਾਂ ਨੇ ਉੱਥੇ ਫੋਨ ਕੀਤਾ ਨਹੀਂ ਜਾਂ ਲਿਖ ਕੇ ਭੇਜਿਆ ਨਹੀਂ ਵੀ ਆ ਇੱਥੇ ਏਦਾਂ ਹੋ ਰਿਹਾ, ਕੋਈ ਸਬੂਤ ਦੀ ਥੋੜਾ ਲੋੜ ਹੁੰਦੀ ਵੀ ਉੱਥੇ ਤੁਸੀਂ ਕੇਸ ਲੜਨਾ, ਇਨਫੋਰਮੇਸ਼ਨ ਦੇਣੀ ਆ, ਵੈਰੀਫਾਈ ਉਹਨਾਂ ਨੇ ਆਪੇ ਕਰ ਲੈਣਾ ਵੀ ਉਹ ਸਹੀ ਹੈ ਕਿ ਗਲਤ ਆ। ਗਲਤ ਨਹੀਂ, ਤੁਸੀਂ ਇਨਫੋਰਮੇਸ਼ਨ ਦੇਣੀ। ਸੋ ਇਸ ਕਰਕੇ ਇਹ ਆ ਵੀ ਅੰਡਰਸਟੈਂਡ ਜਿਨ੍ਹਾਂ ਨੇ ਕੈਨੇਡਾ ਨੂੰ ਕੀਤਾ ਉਹ ਕੈਨੇਡਾ ਨੂੰ ਬਚਾ ਰਹੇ ਆ, ਤੇ ਜਿਹੜੇ ਏਦਾਂ ਮਤਲਬ ਆਪਣੇ ਦਿਮਾਗ ਦੇ ਵਿੱਚ ਹਨੇਰੇ ਢੋਏ ਹੋਏ ਆ ਤੇ ਆਪਣੀਆਂ ਮਿੱਠੀਆਂ ਹੋਈਆਂ ਗੱਲਾਂ ਦੇ ਨਾਲ ਨਹੀਂ ਕਿਹਾ ਜਾਂਦਾ ਵੀ ਮਾੜਾ, ਟੈਰੀਓ ਮਾੜਾ, ਕੈਨੇਡਾ ਮਾੜਾ, ਓਟਵਾ ਵੀ ਮਾੜਾ, ਸਾਰਾ ਮੈਂ ਤਾਂ ਕਹਾਂਗਾ ਫਿਰ ਬ੍ਰਹਿਮੰਡ ਹੀ ਸ਼ਾਇਦ ਮਾੜਾ ਆ ਸਾਡੇ ਵਾਸਤੇ। ਸੋ ਉਸ ਲਿਹਾਜ਼ ਨਾਲ ਥੋੜਾ ਸਾਨੂੰ ਅਕਲ ਆਪਣਾ ਜਿਹੜੀ ਜੀ ਕਾਇਮ ਕਰਕੇ ਸਮਝਣਾ ਚਾਹੀਦਾ ਸਿਸਟਮ ਕੀ ਆ, ਕਿਉਂ ਇਹ ਬਚਿਆ ਹੋਇਆ ਸੀ, ਕਿਉਂ ਅਸੀਂ ਤਾਲਿਆਂ ਨਾਲ ਇੱਥੇ ਪਹੁੰਚ ਰਹੇ ਹਾਂ ਤੇ ਕਿਉਂ ਸਾਡੀਆਂ ਅਣਗਹਿਲੀਆਂ ਕਰਕੇ ਰੌਲਾ ਸਾਡਾ ਬਹੁਤਾ ਵੀ ਬਰਬਾਦ ਹੋ ਰਿਹਾ, ਅੱਖਾਂ ਦੇ ਸਾਹਮਣੇ ਹੋ ਰਿਹਾ, ਖੁਦ ਕਰਵਾ ਵੀ ਰਹੇ ਆ ਕਈ ਵਾਰੀ ਤੇ ਚੁੱਪ ਆ ਹਨਾ। ਕਿੰਨੇ ਸਾਰੇ ਵਕੀਲਾਂ ਦੇ ਦਫ਼ਤਰ ਆ ਜਿੱਥੇ ਗਲਤ ਚੈੱਕ ਬਣਦੇ ਜੋਸਾ, ਤੁਹਾਡੀ ਆਵਾਜ਼ ਥੋੜੀ ਜਿਹੀ ਕੱਟ ਗਈ ਸੀ ਵਿੱਚੋਂ। ਹਾਂਜੀ, ਤੇ ਇੱਕ ਜਿਹੜਾ ਲੀਗਲ ਐਕਸਪਰਟ ਆ ਜਿਹਨੂੰ ਲਾਇਸੈਂਸ ਮਿਲਿਆ ਹੋਇਆ ਵੀ ਉਹਨੇ ਲਾ ਨੂੰ ਆਪਣੇ ਕੰਟਰੀ ਨੂੰ ਪ੍ਰੋਟੈਕਟ ਕਰਨਾ, ਹਾਂਜੀ, ਉਹ ਖੁਦ ਲਾ ਦੀ ਜਾਣੀ ਕਿ ਆਪਣੇ ਦਫ਼ਤਰ 'ਚ ਬੈਠ ਕੇ ਅਣਦੇਖੀਆਂ ਹੋ ਰਹੀਆਂ। ਤੇ ਆਏ ਕਿਹੜੇ ਕੰਮ ਸੀ? ਮੈਂ ਕਹਿੰਦਾ ਕੈਨੇਡੀਅਨ ਬੋਰਨ ਕਿੰਨੇ ਆ ਜਿਹੜੇ ਇਹ ਕੰਮ ਕਰਦੇ, ਇਹੋ ਜਿਹੇ ਬੇਈਮਾਨੀਆਂ ਕਿੰਨੇ ਆ? ਦੱਸੋ, ਹੈਗੇ ਆ? ਕਿੰਨੇ ਕੈਨੇਡੀਅਨ ਬੋਰਨ ਆ ਜਿਹੜੇ ਤੁਹਾਨੂੰ LMIਆਂ ਵੇਚ ਰਹੇ ਆ? ਕਿੰਨੇ ਆ ਜਿਹੜੇ ਜੋਬ ਲੈਟਰਾਂ ਵੇਚ ਰਹੇ ਆ? ਕਿੰਨੇ ਆ ਜਾਂ ਹੋਰ ਆ ਜੋ ਕੁਛ ਵੀ ਹੋ ਰਿਹਾ ਅਬ ਤੱਕ, ਚਲੋ ਸਲੈਂਸਰਾਂ ਵਾਲੇ ਲਾ ਲਓ, ਕਿੰਨੇ ਕਿਆ ਕੈਨੇਡੀਅਨ ਬੋਰਨ ਉਹਨਾਂ ਵਿੱਚ?
ਸੋ ਇਸ ਕਰਕੇ ਆਪਾਂ ਇਹ ਰਾਹਾਂ ਤੋਂ ਭਟਕਣ ਵਾਲੀਆਂ ਜਿਹੜੀਆਂ ਖਰਮਸਤੀਆਂ ਉੱਥੋਂ ਮਨਮਰਜ਼ੀਆਂ ਲੈ ਕੇ ਆਉਂਦੇ ਆ, ਹੰਕਾਰ ਨਾਲ ਲੈ ਕੇ ਆਉਂਦੇ ਆ, ਹੰਕਾਰ ਦਿਮਾਗਾਂ 'ਚ ਢੋਨੇ ਆ, ਇਹ ਡਰਾਮਾ ਕਰਦੇ ਆ ਵੀ ਅਸੀਂ ਅਣਖੀਲੇ ਤੇ ਗੈਰਤਮੰਦ ਆ। ਸਿੰਪਲ ਇਜ਼ ਦੈਟ। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।